ਅੱਗੇ ਆਪਾਂ ਗੱਲ ਕਰਦੇ ਹੁੰਦੇ ਆ ਕਿ ਇੱਕ ਕਿਸੇ ਮੋਡਿਊਲ 'ਚੋਂ ਜੇ 5.5 ਬੈਂਡ ਨੇ ਤਾਂ ਰਿਫਿਊਜ਼ ਹੋਊਗਾ ਵੀਜ਼ਾ। ਫਿਰ ਆਪਾਂ ਚਲੋ ਕਹਿਣ ਲੱਗੇ ਕਈ ਵਾਰ 6 ਵਾਲਾ ਵੀ ਰਿਫਿਊਜ਼ ਕਰ ਦਿੰਦੀ ਐਮਬੈਸੀ। ਹੁਣ 7-7 ਬੈਂਡ ਵਾਲੇ ਵੀ ਰਿਫਿਊਜ਼ ਕਰਨ ਲੱਗ ਗਈ ਐਮਬੈਸੀ ਵੀਜ਼ੇ। ਇਹਨਾਂ ਦਾ ਕਾਰਨ ਕੀ ਹੈ ਇਸ ਦੇ ਪਿੱਛੇ? ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਜ ਰਿਫਿਊਜ਼ਲ ਰੇਟ SDS ਦਾ ਵੀ ਬਹੁਤ ਹਾਈ ਹੈ। ਦੇਖੋ ਜਿੱਦਾਂ ਸਮਾਂ ਬਦਲਦਾ ਹੈ, ਜਿੱਦਾਂ ਟਾਈਮ ਬਦਲਦਾ ਹੈ, ਟਾਈਮ ਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਅਪਡੇਟ ਕਰਨਾ ਪੈਣਾ ਹੈ। ਕਮਿਸ਼ਨ ਇਹ ਦੇਖਣਾ ਚਾਹ ਰਿਹਾ ਹੈ ਕਿ ਬੱਚਾ 1 ਸਾਲ ਦੀ ਫੀਸ ਤਾਂ ਇੱਥੋਂ ਭਰ ਕੇ ਜਾ ਰਿਹਾ ਹੈ, ਪਰ ਜਿਹੜੀ ਉਹਨੇ ਦੂਜੇ ਸਾਲ ਦੀ ਫੀਸ ਉੱਥੇ ਜਾ ਕੇ ਭਰਨੀ ਹੈ, ਕੀ ਉਹ ਭਰਨ ਦੇ ਲਈ ਉਹਦੇ ਪੇਰੈਂਟਸ ਕੋਲ ਇਨਫ ਫੰਡ ਹੈਗੇ ਹੈ ਜਾਂ ਉਹਦੇ ਪੇਰੈਂਟਸ ਦੇ ਕੋਲ ਕੋਈ ਇੱਦਾਂ ਦਾ ਪੁਖਤਾ ਕੋਈ ਪ੍ਰਬੰਧ, ਕੋਈ ਅਰੇਂਜਮੈਂਟ ਹੈਗਾ ਹੈ ਕਿ ਜਿਹਦੇ ਨਾਲ ਉਹ ਐਮਬੈਸੀ ਨੂੰ ਇਹ ਭਰੋਸਾ ਦਿਵਾ ਸਕਣ ਕਿ ਦੂਜੇ ਸਾਲ ਦੇ ਉਹਨਾਂ ਦੇ ਕੋਲ ਪੈਸੇ ਹੈਗੇ ਆ। 10 ਲੱਖ ਕਮਾਉਣ ਵਾਲਾ ਬੰਦਾ 17 ਲੱਖ ਦਾ ਪਹਿਲਾਂ ਅੱਜ ਪੇ ਕਰ ਰਿਹਾ ਤੇ ਅਗਲੇ ਸਾਲ ਫਿਰ ਉਹਦੇ ਬੱਚੇ ਦੀ 10 ਲੱਖ ਫੀਸ ਖੜੀ ਹੈ, ਤਾਂ ਤੁਸੀਂ ਆਪ ਸੋਚ ਕੇ ਦੇਖੋ ਜਿਹਦੀ ਇਨਕਮ ਟੈਕਸ ਰਿਟਰਨ 10 ਲੱਖ ਦੀ ਹੈ, ਐਮਬੈਸੀ ਤਾਂ ਇਹ ਚੀਜ਼ ਸੋਚੂਗੀ ਨਾ ਕਿ ਅਗਲੇ ਸਾਲ ਉਹਨੇ ਫੀਸ ਕਿੱਦਾਂ ਪੇ ਕਰਨੀ ਹੈ। ਇੱਕ ਰਿਫਿਊਜ਼ਲ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਜ਼ਿੰਦਗੀ ਉੱਥੇ ਰੁਕ ਗਈ ਹੈ ਤੇ ਦੁਬਾਰਾ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਦਿਖਾਵਾਂ ਕਿ ਸਾਡੇ ਕੋਲ ਹੀ ਇੱਦਾਂ ਦੇ ਬਹੁਤ ਸਾਰੇ ਬੱਚੇ ਹੈਗੇ ਜਿਨ੍ਹਾਂ ਦੀ 2-2 3-3 ਰਿਫਿਊਜ਼ਲ ਤੋਂ ਬਾਅਦ ਵੀਜ਼ਾਸ ਆਏ ਹੈ। ਸੋ ਜੇ ਉਹਨਾਂ ਬੱਚਿਆਂ ਦੇ ਆ ਸਕਦੇ ਤਾਂ ਕਿਸੇ ਦੇ ਵੀ ਆ ਸਕਦੇ ਆ। ਤੇ ਸਿਰਫ ਸਟੂਡੈਂਟ ਵੀਜ਼ਾ ਤੇ ਇਹ ਪ੍ਰੋਬਲਮ ਆ ਰਹੀ ਹੈ ਕਿ ਵਿਜ਼ਟਰ ਵੀਜ਼ੇ ਤੇ ਵੀ ਰਿਫਿਊਜ਼ਲਾਂ ਆ ਰਹੀਆਂ ਨੇ ਇਸ ਸਮੇਂ? ਦੇਖੋ ਰਿਫਿਊਜ਼ਲ ਹਰ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ ਤੇ ਅਪਰੂਵਲ ਵੀ ਹਰ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ। ਜੇ ਮੈਂ ਅੱਜ ਦੀ ਵੀ ਗੱਲ ਕਰਾਂ ਤਾਂ ਅੱਜ ਮੈਂ ਤੁਹਾਨੂੰ ਦਿਖਾਉਣਾ ਕਿ ਸਾਡੇ ਕੋਲ ਹੀ ਤਕਰੀਬਨ 7 ਤੋਂ 8 ਪਾਸਪੋਰਟ ਮੇਰੇ ਕੋਲ ਇਸ ਟਾਈਮ ਤੇ ਹੈਗੇ ਆ ਜਿਨ੍ਹਾਂ ਬੱਚਿਆਂ ਦੇ ਸਿਰਫ ਤੇ ਸਿਰਫ ਕੈਨੇਡਾ ਦੇ ਵੀਜ਼ੇ ਆਏ। ਇਹਨਾਂ ਚੋਂ ਵਿਜ਼ਿਟਰ ਵੀਜ਼ਾ ਵੀ ਹੈ, ਇਹਨਾਂ ਚੋਂ ਸਪਾਊਸ ਵੀਜ਼ਾ ਵੀ ਹੈ, ਇਹਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਵੀ ਹੈ। ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਉਹ ਪ੍ਰੋਫਾਈਲ ਜਿਨ੍ਹਾਂ ਦੇ 2-2 3-3 ਰਿਫਿਊਜ਼ਲ ਤੋਂ ਬਾਅਦ ਵੀਜ਼ਾਸ ਆਏ ਹੈ। ਜਿਹੜੇ ਬੱਚਿਆਂ ਦਾ 1 ਮੋਡਿਊਲ ਜਾਂ 2 ਮੋਡਿਊਲ 5.5 ਬੈਂਡ ਹੈ, ਕੈਨੇਡਾ ਭੁੱਲ ਕੇ ਵੀ ਅਪਲਾਈ ਨਾ ਕਰਿਓ, ਸਟ੍ਰੇਟ ਅਵੇ ਰਿਫਿਊਜ਼ਲ ਆਣੀ ਹੈ। ਚਾਹੇ ਕੋਈ ਵੀ ਕਿੰਨੀਆਂ ਮਰਜ਼ੀ ਐਡਸ ਦੇਖੀ ਜਾਓ ਕਿ 5.5 ਬੈਂਡ ਨਾਲ ਇੰਨੇ ਲੱਗੇ ਵੀਜ਼ਾਸ, ਉਹਨੇ ਲੱਗੇ ਵੀਜ਼ਾਸ। ਅੱਜ ਕੱਲ੍ਹ ਬੱਚੇ ਕੈਨੇਡਾ ਬਹੁਤ ਜਾਣਾ ਪਸੰਦ ਕਰ ਰਹੇ ਨੇ। ਲੰਬੀਆਂ ਤੋਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੁੰਦੀਆਂ ਨੇ ਕਿ ਬੱਚੇ ਆਪਣਾ ਵੀਜ਼ਾ ਲਗਵਾਉਣ ਦੇ ਲਈ ਖੜ੍ਹੇ ਹੁੰਦੇ ਨੇ। ਪਰ ਅੱਜ ਕੱਲ੍ਹ ਫਿਰ ਕੈਨੇਡਾ ਜਾਣ ਵਾਲੇ ਬੱਚਿਆਂ ਦੇ ਵਾਸਤੇ ਕੁਝ ਮਾਯੂਸੀ ਦਾ ਸਮਾਂ ਚੱਲ ਰਿਹਾ, ਕਿਉਂਕਿ ਬਹੁਤ ਬੱਚਿਆਂ ਦੇ ਜਿਹੜੀਆਂ ਰਿਫਿਊਜ਼ਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਬੱਚੇ ਜਦੋਂ ਉਹ ਆਪਣੀ ਫਾਈਲ ਅਪਲਾਈ ਕਰਦੇ ਨੇ ਤਾਂ ਉਹ ਕਦੀ ਨਹੀਂ ਸੋਚਦੇ ਕਿ ਉਹਨਾਂ ਦੀ ਰਿਫਿਊਜ਼ਲ ਵੀ ਆ ਸਕਦੀ ਹੈ। ਉਹ ਹਮੇਸ਼ਾ ਵੀਜ਼ੇ ਦਾ ਸੋਚ ਕੇ ਹੀ ਆਪਣੀਆਂ ਫਾਈਲਾਂ ਅਪਲਾਈ ਕਰਦੇ ਨੇ। ਪਰ ਅੱਜ ਕੱਲ੍ਹ ਰਿਫਿਊਜ਼ਲਾਂ ਬਹੁਤ ਆਉਣ ਲੱਗ ਗਈਆਂ। ਪਰ ਕਦੀ ਗੱਲ ਹੁੰਦੀ ਹੈ ਕਿ 5.5 ਬੈਂਡ ਵਾਲਿਆਂ ਦੀ ਰਿਫਿਊਜ਼ਲ ਆ ਰਹੀ ਹੈ, 6 ਵਾਲਿਆਂ ਦੀ ਆ ਰਹੀ ਹੈ, ਪਰ ਹੁਣ ਦੌਰੇ ਆ ਗਿਆ ਕਿ 7 ਬੈਂਡ 8 ਬੈਂਡ ਵਾਲਿਆਂ ਦੀ ਵੀ ਰਿਫਿਊਜ਼ਲਾਂ ਜਿਹੜੀਆਂ ਨੇ ਉਹ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕਾਰਨ ਕੀ ਨੇ ਇਹਨਾਂ ਰਿਫਿਊਜ਼ਲਾਂ ਦੇ ਪਿੱਛੇ? ਤੇ ਜਿਹੜੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋਏ ਨੇ ਉਹਨਾਂ ਦੇ ਕੋਲ ਆਪਸ਼ਨ ਕੀ ਬਚਦੀ ਹੈ, ਉਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ BSBW ਤੋਂ ਇਮੀਗ੍ਰੇਸ਼ਨ ਐਕਸਪਰਟ ਸੁਨੀਲ ਚੌਧਰੀ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਸਰ, ਅੱਗੇ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਕਿਸੇ ਮੋਡਿਊਲ 'ਚੋਂ ਜੇ 5.5 ਬੈਂਡ ਨੇ ਤਾਂ ਰਿਫਿਊਜ਼ ਹੋਊਗਾ ਵੀਜ਼ਾ। ਫਿਰ ਆਪਾਂ ਚਲੋ ਕਹਿਣ ਲੱਗੇ ਕਈ ਵਾਰ 6 ਵਾਲਾ ਵੀ ਰਿਫਿਊਜ਼ ਕਰ ਦਿੰਦੀ ਐਮਬੈਸੀ। ਹੁਣ 7-7 ਬੈਂਡ ਵਾਲੇ ਵੀ ਰਿਫਿਊਜ਼ ਕਰਨ ਲੱਗ ਗਈ ਐਮਬੈਸੀ ਵੀਜ਼ੇ। ਇਹਨਾਂ ਦਾ ਕਾਰਨ ਕੀ ਹੈ ਇਸ ਦੇ ਪਿੱਛੇ? ਦੇਖੋ ਸਨਮ ਜੀ, ਇੱਕ ਦੌਰ ਸੀਗਾ ਜਦੋਂ ਇਹ ਚੀਜ਼ ਕਹੀ ਜਾਂਦੀ ਸੀ ਕਿ SDS ਦੀ ਫਾਈਲ ਦਾ ਰਿਫਿਊਜ਼ ਹੋਣ ਦੇ ਚਾਂਸ ਬਹੁਤ ਘੱਟ ਹੈ। ਨੌਨ SDS ਨੌਨ SDS ਜਿਹਦੇ 1 ਮੋਡਿਊਲ 5.5 ਬੈਂਡ ਹੁੰਦੇ ਸੀ ਉਹ ਨੌਨ SDS ਲੱਗ ਜਾਂਦੀ ਸੀ, ਜਿਹਦੇ 6 ਈਚ ਹੁੰਦੇ ਸੀ ਉਹ SDS ਫਾਈਲ ਲੱਗ ਜਾਂਦੀ ਸੀ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਜ ਰਿਫਿਊਜ਼ਲ ਰੇਟ SDS ਦਾ ਵੀ ਬਹੁਤ ਹਾਈ ਹੈ। ਦੇਖੋ ਜਿੱਦਾਂ ਸਮਾਂ ਬਦਲਦਾ ਹੈ, ਜਿੱਦਾਂ ਟਾਈਮ ਬਦਲਦਾ ਹੈ, ਟਾਈਮ ਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਅਪਡੇਟ ਕਰਨਾ ਪੈਣਾ ਹੈ। ਉਹਦਾ ਰੀਜ਼ਨ ਕੀ ਹੈ? ਅੱਜ ਇੱਕ ਮੋਬਾਈਲ ਫੋਨ ਤੁਸੀਂ ਲੈਂਦੇ ਹੋ ਤਾਂ ਮੋਬਾਈਲ ਫੋਨ ਹਰ ਮਹੀਨੇ ਜਾਂ ਦੂਜੇ ਤੀਜੇ ਮਹੀਨੇ ਮੋਬਾਈਲ ਫੋਨ ਦਾ ਸੌਫਟਵੇਅਰ ਵੀ ਅਪਡੇਟ ਮੰਗਦਾ ਹੈ। ਸੋ ਉਸੇ ਤਰੀਕੇ ਟਾਈਮ ਦੇ ਨਾਲ ਐਮਬੈਸੀਜ਼ ਵੀ ਅਪਡੇਟ ਹੋ ਰਹੀਆਂ, ਉਹਨਾਂ ਦੀਆਂ ਗਾਈਡਲਾਈਨਸ ਦੇ ਨਾਲ ਜਾਂ ਉਹਨਾਂ ਦੇ ਇਸ਼ਾਰਿਆਂ ਨੂੰ ਜੇ ਅਸੀਂ ਨਹੀਂ ਸਮਝਾਂਗੇ ਤਾਂ ਨਤੀਜੇ ਇਹੀ ਹੋਣੇ ਹੈ। SDS ਦੇ ਵਿੱਚ ਕਿਸੇ ਟਾਈਮ 'ਤੇ ਕੀ ਹੁੰਦਾ ਸੀ ਕਿ SDS ਜੇ ਬੱਚਾ ਕੋਈ ਫਾਈਲ ਲਾਉਂਦਾ ਸੀ, 1 ਸਾਲ ਦੀ ਫੀਸ ਪੇ ਕਰ ਦਿੰਦਾ ਸੀ ਤੇ 1 ਸਾਲ ਦੇ ਲਿਵਿੰਗ ਐਕਸਪੈਂਸਿਸ ਦੇ ਤੌਰ ਤੇ GIC ਭਰ ਦਿੰਦਾ ਸੀ, ਤਾਂ ਉਹ ਤੋਂ ਇਲਾਵਾ ਉਹਨੂੰ ਨਾ ਕੋਈ ਫੰਡ ਦਿਖਾਉਣੇ ਪੈਂਦੇ ਸੀ, ਨਾ ਉਹਨੂੰ ਕੋਈ ਹੋਰ ਇਹ ਦਿਖਾਉਣਾ ਪੈਂਦਾ ਸੀ ਕਿ ਅਗਲੇ ਸਾਲ ਦੀ ਉਹਨੇ ਫੀਸ ਕਿੱਦਾਂ ਭਰਨੀ ਹੈ। ਟਾਈਮ ਬਦਲਿਆ, ਟਾਈਮ ਬਦਲਣ ਦੇ ਨਾਲ ਕੀ ਹੋਇਆ ਕਿ ਇੱਥੋਂ ਕੋਵਿਡ ਦਾ ਟਾਈਮ ਜਦੋਂ ਆਇਆ ਤਾਂ ਕੋਵਿਡ ਦੇ ਟਾਈਮ ਦੇ ਵਿੱਚ ਕਈ ਬੱਚਿਆਂ ਨੇ ਇੱਥੋਂ 6-6 ਮਹੀਨੇ ਦੀਆਂ ਜਾਂ ਸਾਲ ਦੀਆਂ ਔਨਲਾਈਨ ਕਲਾਸਿਸ ਇੱਥੋਂ ਲਗਾ ਕੇ ਉੱਥੇ ਜਦੋਂ ਬੱਚੇ ਜਾ ਕੇ ਪਹੁੰਚੇ ਤਾਂ ਕਈਆਂ ਨੇ ਸਟੱਡੀ ਨਹੀਂ ਕੰਟੀਨਿਊ ਕੀਤੀ ਜਾਂ ਕਈਆਂ ਦੇ ਕਾਲਜਿਸ ਦਾ ਕੁਝ ਰੌਲਾ ਪੈ ਗਿਆ। ਤਾਂ ਅੱਜ ਜੋ ਸਿਨੈਰੀਓ ਨਿਕਲ ਕੇ ਸਾਹਮਣੇ ਆ ਰਿਹਾ ਉਹ ਇਹ ਚੀਜ਼ ਆ ਰਹੀ ਹੈ ਕਿ ਕੈਨੇਡੀਅਨ ਐਮਬੈਸੀ ਹਾਈ ਕਮਿਸ਼ਨ ਇਹ ਦੇਖਣਾ ਚਾਹ ਰਿਹਾ ਹੈ ਕਿ ਬੱਚਾ 1 ਸਾਲ ਦੀ ਫੀਸ ਤਾਂ ਇੱਥੋਂ ਭਰ ਕੇ ਜਾ ਰਿਹਾ ਹੈ,
ਪਰ ਜਿਹੜੀ ਉਹਨੇ ਦੂਜੇ ਸਾਲ ਦੀ ਫੀਸ ਉੱਥੇ ਜਾ ਕੇ ਭਰਨੀ ਹੈ, ਕੀ ਉਹ ਭਰਨ ਦੇ ਲਈ ਉਹਦੇ ਪੇਰੈਂਟਸ ਕੋਲ ਇਨਫ ਫੰਡ ਹੈਗੇ ਆ, ਜਾਂ ਉਹਦੇ ਪੇਰੈਂਟਸ ਦੇ ਕੋਲ ਕੋਈ ਇਦਾਂ ਦਾ ਪੁਖਤਾ ਕੋਈ ਪ੍ਰਬੰਧ, ਕੋਈ ਅਰੇਂਜਮੈਂਟ ਹੈਗਾ ਹੈ ਕਿ ਜਿਹਦੇ ਨਾਲ ਉਹ ਐਮਬੈਸੀ ਨੂੰ ਇਹ ਭਰੋਸਾ ਦਿਵਾ ਸਕਣ ਕਿ ਦੂਜੇ ਸਾਲ ਦੇ ਉਹਨਾਂ ਦੇ ਕੋਲ ਪੈਸੇ ਹੈਗੇ ਆ। ਮੈਂ ਇਹ ਗੱਲ ਤੱਥਾਂ ਦੇ ਆਧਾਰ 'ਤੇ ਕਰਦਾ ਕਿ ਅਸੀਂ ਜਦੋਂ ਪਿਛਲੇ ਟਾਈਮ ਦੇ ਵਿੱਚ ਬੱਚਿਆਂ ਦੀਆਂ ਰਿਫਿਊਜ਼ਲਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਅਸੀਂ ਉਹਨਾਂ ਦੇ GCMS ਨੋਟਸ ਅਪਲਾਈ ਕੀਤੇ, ਤਾਂ ਉਹਦੇ ਤਹਿ ਤੱਕ ਜਾਣਾ ਸ਼ੁਰੂ ਕੀਤਾ ਵੀ ਕੀ ਹੋਇਆ, ਕਿਉਂ 7-7 ਬੈਂਡ ਵਾਲੇ ਬੱਚੇ ਦੀ, ਕਿਉਂ 80% ਨੰਬਰ ਲੈਣ ਵਾਲੇ ਬੱਚੇ ਦੀ ਵੀ ਰਿਫਿਊਜ਼ਲ ਆ ਰਹੀ ਹੈ। ਤਾਂ ਨਿਕਲ ਕੇ ਸਾਹਮਣੇ ਇਹ ਚੀਜ਼ਾਂ ਆਈਆਂ। ਇੱਕ ਮੈਂ ਤੁਹਾਨੂੰ ਦੱਸਦਾ ਕਿ ਇੱਕ ਬੱਚਾ ਜਿਹੜਾ ਅਪਲਾਈ ਕਰ ਰਿਹਾ, ਤਾਂ ਅਗਰ ਅਸੀਂ ਇੱਥੇ ਦੇਖਦੇ ਹਾਂ ਕਿ ਕਾਰੋਬਾਰ ਬਹੁਤ ਵੱਡੇ ਹੁੰਦੇ ਆ ਲੋਕਾਂ ਦੇ, ਕਰੋੜਾਂ ਰੁਪਇਆ ਕਮਾ ਰਹੇ ਹੁੰਦੇ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਇਨਕਮ ਟੈਕਸ ਰਿਟਰਨ ਦੀ, ਤਾਂ ਪੇਰੈਂਟਸ ਇਨਕਮ ਟੈਕਸ ਰਿਟਰਨ ਕਿੰਨੇ ਦੀ ਭਰ ਰਹੇ ਹੁੰਦੇ ਆ, ਕਰੋੜਾਂ ਕਮਾਉਣ ਵਾਲਾ ਵੀ ਇਨਕਮ ਟੈਕਸ ਰਿਟਰਨ ਭਰ ਰਿਹਾ ਹੁੰਦਾ 4 ਲੱਖ ਦੀ, 5 ਲੱਖ ਦੀ। ਫਾਦਰ ਦੀ ਇਨਕਮ ਟੈਕਸ ਰਿਟਰਨ ਵੀ ਬਹੁਤ ਘੱਟ ਹੁੰਦੀ ਹੈ, ਮਦਰ ਦੀ ਇਨਕਮ ਟੈਕਸ ਰਿਟਰਨ ਤਾਂ ਤੁਸੀਂ ਭੁੱਲ ਹੀ ਜਾਓ ਕਿ ਕਿਸੇ ਦੀ ਮਿਲੂਗੀ। ਹੁਣ ਐਮਬੈਸੀ ਨੇ ਵੀਜ਼ਾ ਦੇਣਾ ਹੈ ਡਾਕੂਮੈਂਟਸ ਦੇ ਆਧਾਰ 'ਤੇ, ਉਹ ਦੇਖਦੇ ਆ ਕਿ ਇੱਕ ਬੱਚਾ ਜਿਹਨੇ 9-10 ਲੱਖ ਰੁਪਇਆ ਫੀਸ ਇੱਥੋਂ ਭਰ ਕੇ ਜਾ ਰਿਹਾ ਹੈ, 6-6.5 ਲੱਖ ਰੁਪਏ GIC ਦਾ ਵੀ ਭਰ ਕੇ ਜਾ ਰਿਹਾ, ਮਤਲਬ ਇੱਥੋਂ 15-16 ਲੱਖ ਰੁਪਏ ਉਹ ਪਹਿਲਾਂ ਭਰ ਕੇ ਜਾ ਰਿਹਾ, ਉਹ ਬੱਚੇ ਦੇ ਪੇਰੈਂਟਸ ਦੀ ਇਨਕਮ ਟੈਕਸ ਰਿਟਰਨ ਕਿੰਨੀ ਹੈ, ਇਨਕਮ ਟੈਕਸ ਰਿਟਰਨ ਮਦਰ ਫਾਦਰ ਦੀ ਮਿਲਾ ਕੇ ਕਿੰਨੀ ਬਣਦੀ ਹੈ, 7 ਲੱਖ ਰੁਪਇਆ, 6 ਲੱਖ ਰੁਪਇਆ ਜਾਂ 8 ਲੱਖ ਰੁਪਇਆ। ਮੈਂ ਕਹਿੰਦਾ 10 ਲੱਖ ਵੀ ਬਣਦੀ ਹੋਵੇ, 10 ਲੱਖ ਕਮਾਉਣ ਵਾਲਾ ਬੰਦਾ 17 ਲੱਖ ਦਾ ਪਹਿਲਾਂ ਅੱਜ ਪੇ ਕਰ ਰਿਹਾ, ਤੇ ਅਗਲੇ ਸਾਲ ਫਿਰ ਉਹਦੇ ਬੱਚੇ ਦੀ 10 ਲੱਖ ਫੀਸ ਖੜੀ ਹੈ, ਤਾਂ ਤੁਸੀਂ ਆਪ ਸੋਚ ਕੇ ਦੇਖੋ ਜਿਹਦੀ ਇਨਕਮ ਟੈਕਸ ਰਿਟਰਨ 10 ਲੱਖ ਦੀ ਹੈ, ਐਮਬੈਸੀ ਤਾਂ ਇਹ ਚੀਜ਼ ਸੋਚੂਗੀ ਨਾ ਕਿ ਅਗਲੇ ਸਾਲ ਉਹਨੇ ਫੀਸ ਕਿੱਦਾਂ ਪੇ ਕਰਨੀ ਹੈ। ਜੇ 10 ਲੱਖ ਉਹ ਕਮਾ ਵੀ ਰਿਹਾ ਤਾਂ 10 ਲੱਖ ਦਾ 10 ਲੱਖ ਉਹਨੇ ਬੱਚੇ ਨੂੰ ਨਹੀਂ ਬਾਹਰ ਭੇਜ ਦੇਣਾ, ਉਹਨੇ ਆਪ ਵੀ ਖਾਣਾ, ਉਹਦੇ ਆਪਣੇ ਇੱਥੇ ਦੇ ਖਰਚੇ ਵੀ ਹੈ, ਸਾਰਾ ਕੁਝ ਉਹਨੇ ਮੈਨੇਜ ਕਰਕੇ ਚੱਲਣਾ ਹੈ। ਜਾਂ ਫਿਰ ਸਾਡੇ ਕੋਲ ਸੇਵਿੰਗਸ ਇੰਨੀਆਂ ਕੁ ਹੋਣ ਕਿ ਅਸੀਂ ਦਿਖਾ ਸਕੀਏ ਕਿ ਆਹ ਦੇਖੋ ਜੀ ਬੱਚੇ ਦੇ ਨਾਮ ਦੀ FD ਪਈ ਹੈ ਇੱਕ, ਜਿਹੜੀ ਕਿ 15 ਲੱਖ 20 ਲੱਖ ਦੀ ਪਈ ਹੈ, ਇਹ ਸਿਰਫ ਬੱਚੇ ਦੀ ਐਜੂਕੇਸ਼ਨ ਦੇ ਲਈ ਹੈ। ਸੋ ਸਾਨੂੰ ਉਹਨਾਂ ਚੀਜ਼ਾਂ ਦੇ ਦਸਤਾਵੇਜ਼ ਨਾਲ ਲਾਉਣੇ ਪੈਣਗੇ। ਉਹ ਟਾਈਮ ਚਲੇ ਗਿਆ ਜਦੋਂ ਕਹਿੰਦੇ ਸੀ ਕਿ SDS ਦੀ ਫਾਈਲ ਦੇ ਵਿੱਚ ਕੋਈ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਲੱਗਣੇ। ਮੈਂ ਪਹਿਲਾਂ ਤੋਂ ਇਹ ਚੀਜ਼ ਕਹਿੰਦਾ ਆਇਆ ਕਿ ਅੱਜ ਵੀ ਉਹਨਾਂ ਨੇ ਡਾਕੂਮੈਂਟ ਨਹੀਂ ਮੰਗੇ, ਉਹਨਾਂ ਨੇ ਕਿਤੇ ਵੀ ਰਿਟਨ ਇਹ ਚੀਜ਼ ਨਹੀਂ ਕਹੀ ਕਿ ਸਾਨੂੰ ਫਾਈਨੈਂਸ਼ੀਅਲ ਡਾਕੂਮੈਂਟ ਚਾਹੀਦੇ ਆ, ਪਰ ਇੱਕ ਡਾਕੂਮੈਂਟ ਹੁੰਦਾ, ਇੱਕ ਫਾਰਮ ਹੁੰਦਾ ਹੈ, ਸਟੱਡੀ ਪਰਮਿਟ ਕੁਐਸਚਨੀਅਰ ਫਾਰਮ ਹੁੰਦਾ ਹੈ, ਜਿਹਦੇ 'ਚ ਇੱਕ ਕਾਲਮ ਹੁੰਦਾ ਹੈ ਕਿ ਤੁਹਾਨੂੰ ਸਪਾਂਸਰ ਕੌਣ ਕਰ ਰਿਹਾ ਹੈ, ਤੇ ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਹੈ ਉਹਦੀ ਐਨੂਅਲ ਇਨਕਮ ਕਿੰਨੀ ਹੈ, ਮਤਲਬ ਉਹ ਸਾਲ ਦੇ ਕਿੰਨੇ ਪੈਸੇ ਕਮਾਉਂਦਾ ਹੈ। ਹੁਣ ਸਪਾਂਸਰ ਕਰਨ ਵਾਲੇ ਮਦਰ ਫਾਦਰ ਵੀ ਹੋ ਸਕਦੇ ਆ, ਕਈ ਬੱਚੇ ਜੋ ਮਦਰ ਫਾਦਰ ਕੋਲ ਨਹੀਂ ਰਹਿੰਦੇ ਜਾਂ ਕਿਸੇ ਦੇ ਮਦਰ ਫਾਦਰ ਨਹੀਂ ਹੈ ਕਿਸੇ ਵਜ੍ਹਾ ਕਰਕੇ, ਤਾਂ ਉਹ ਆਪਣੇ ਗ੍ਰੈਂਡ ਪੇਰੈਂਟਸ ਕੋਲ ਵੀ ਰਹਿੰਦੇ ਹੋ ਸਕਦੇ ਆ, ਜਾਂ ਕੋਈ ਅਡੋਪਸ਼ਨ ਕੇਸ ਵੀ ਹੋ ਸਕਦਾ ਹੈ, ਗਾਰਡੀਅਨ ਜਿਹੜੇ ਹੈਗੇ, ਤਾਂ ਉਹਨਾਂ ਦੇ ਕੋਲ ਕਿੰਨਾ ਸਾਲ ਦੀ ਉਹ ਇਨਕਮ ਕਮਾਉਂਦੇ ਆ। ਉਹ ਇਹੀ ਚੀਜ਼ ਉਹ ਸਟੱਡੀ ਪਰਮਿਟ ਕੁਐਸਚਨੀਅਰ ਤੋਂ ਹੀ ਪਤਾ ਲੱਗਦਾ। ਹੁਣ ਸਟੱਡੀ ਪਰਮਿਟ ਕੁਐਸਚਨੀਅਰ ਦੇ ਵਿੱਚ ਤੁਸੀਂ ਅਗਰ ਮੰਨ ਲਓ ਬੱਚੇ ਨੇ ਭਰਿਆ ਕਿ ਉਹਦੇ ਗਾਰਡੀਅਨ ਦਾ, ਮਦਰ ਫਾਦਰ ਦਾ ਜਾਂ ਮਿਲਾ ਕੇ 9 ਲੱਖ 10 ਲੱਖ ਰੁਪਏ ਕਮਾ ਰਹੇ ਆ, ਤੇ ਅਗਲੇ ਸਾਲ ਉਹਨੇ 10-11 ਲੱਖ ਫੀਸ ਕੱਢਣੀ ਹੈ, ਤਾਂ ਕਿੱਦਾਂ ਕੱਢੂਗੇ? ਇਹ ਸਵਾਲ ਖੜੇ ਹੈ। ਜੇ ਇਹਨਾਂ ਦੇ ਜਵਾਬ ਬੱਚਾ ਪਹਿਲਾਂ ਹੀ ਆਪਣੇ SOP ਦੇ ਵਿੱਚ ਜਾਂ ਆਪਣੇ ਸਟੱਡੀ ਪਰਮਿਟ ਕੁਐਸਚਨੀਅਰ ਦੇ ਵਿੱਚ ਪਹਿਲਾਂ ਹੀ ਬੱਚਾ ਐਕਸਪਲੇਨ ਕਰ ਰਿਹਾ ਹੈ, ਤਾਂ ਉਹਦੀ ਰਿਫਿਊਜ਼ਲ ਆਉਣ ਦੇ ਚਾਂਸਸ ਨਹੀਂ ਹੈਗੇ। ਤੇ ਜਿਹੜੇ ਬੱਚਿਆਂ ਦੀ ਹੁਣ ਇੰਨੇ ਬੈਂਡ ਵਾਲੇ ਦੀ ਰਿਫਿਊਜ਼ਲ ਆ ਵੀ ਰਹੀਆਂ ਨੇ, ਉਹਨਾਂ ਦੇ ਕੋਲ ਹੱਲ ਕੀ ਹੈ? ਕਿਉਂਕਿ ਉਹ ਬਹੁਤ ਪਰੇਸ਼ਾਨ ਨੇ, ਉਹ ਕਹਿੰਦੇ ਅਸੀਂ ਇੰਨੀ ਮਿਹਨਤ ਵੀ ਕੀਤੀ, IELTS 'ਚ ਚੰਗੇ ਬੈਂਡ ਵੀ ਲਏ, ਪੜ੍ਹਾਈ 'ਚ ਵੀ ਸਾਡੇ ਨੰਬਰ ਵਧੀਆ ਸੀਗੇ, ਤਾਂ ਫਿਰ ਹੁਣ ਸਾਡੇ ਕੋਲ ਆਪਸ਼ਨ ਕੀ ਹੈ? ਦੇਖੋ, ਜਦੋਂ ਕਿਸੇ ਵੀ ਬੱਚੇ ਦੀ ਰਿਫਿਊਜ਼ਲ ਲੈਟਰ ਆਉਂਦੀ ਹੈ ਨਾ, ਪਹਿਲਾਂ ਤਾਂ ਉਸ ਚੀਜ਼ ਨੂੰ ਧਿਆਨ ਨਾਲ ਪੜ੍ਹਨ ਦੀ, ਸਮਝਣ ਦੀ ਜ਼ਰੂਰਤ ਹੈ ਕਿ ਉਹਦੀ ਰਿਫਿਊਜ਼ਲ ਦੀ ਵਜ੍ਹਾ ਕੀ ਬਣਿਆ, ਕਿਸ ਕਾਰਨ ਕਰਕੇ ਉਹਦਾ ਰਿਫਿਊਜ਼ ਹੋਇਆ। ਰਿਫਿਊਜ਼ਲ ਲੈਟਰ ਦੇ ਵਿੱਚ ਵੀ ਉਹ ਲਾਸਟ ਪੈਰਾਗ੍ਰਾਫ ਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਹੁੰਦਾ ਕਿ ਅਗਰ ਤੁਸੀਂ ਜਿਹੜੇ ਉਹਨਾਂ ਨੇ ਰੀਜ਼ਨਸ ਦਿੱਤੇ ਆ, ਤੁਸੀਂ ਉਹਨਾਂ ਨੂੰ ਜਸਟੀਫਾਈ ਕਰ ਸਕਦੇ ਹੋ, ਤਾਂ ਯੂ ਆਰ ਵੈਲਕਮ ਟੂ ਰੀਅਪਲਾਈ, ਕਿ ਤੁਸੀਂ ਰੀਅਪਲਾਈ ਕਰ ਸਕਦੇ ਹੋ। ਇੱਕ ਰਿਫਿਊਜ਼ਲ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਜ਼ਿੰਦਗੀ ਉੱਥੇ ਰੁਕ ਗਈ ਹੈ ਤੇ ਦੁਬਾਰਾ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਦਿਖਾਵਾਂ ਕਿ ਸਾਡੇ ਕੋਲ ਹੀ ਇੱਦਾਂ ਦੇ ਬਹੁਤ ਸਾਰੇ ਬੱਚੇ ਹੈਗੇ ਜਿਨ੍ਹਾਂ ਦੀ 2-2 3-3 ਰਿਫਿਊਜ਼ਲ ਤੋਂ ਬਾਅਦ ਵੀਜ਼ਾਸ ਆਏ ਹੈ। ਸੋ ਜੇ ਉਹਨਾਂ ਬੱਚਿਆਂ ਦੇ ਆ ਸਕਦੇ ਤਾਂ ਕਿਸੇ ਦੇ ਵੀ ਆ ਸਕਦੇ ਆ। ਤੇ ਇੱਕ ਮੈਂ ਚੀਜ਼ ਹੋਰ ਕਹਿਣਾ ਚਾਹੂੰਗਾ, ਜੋ ਅੱਜ ਟਾਈਮ ਚੱਲ ਰਿਹਾ, ਬੱਚੇ ਨੂੰ ਇੱਕੋ ਵਾਰ ਅਪਲਾਈ ਕਰਕੇ ਮਾਯੂਸ ਹੋ ਕੇ ਨਹੀਂ ਬੈਠ ਜਾਣਾ ਚਾਹੀਦਾ, ਕਿਉਂਕਿ ਇਹ ਹਰ ਬੱਚੇ ਨੂੰ ਪਤਾ ਹੈ ਕਿ ਕੈਨੇਡਾ ਦੇ ਡਿਸੀਜਨ ਇਸ ਟਾਈਮ ਜਿਹੜੇ ਮੈਕਸਿਮਮ ਆ ਰਹੇ ਹੈ ਉਹ AI ਆਰਟੀਫਿਸ਼ੀਅਲ ਇੰਟੈਲੀਜੈਂਸ ਡਿਸਾਈਡ ਕਰਦਾ। ਇੱਕ ਉਹਨਾਂ ਨੇ ਸੌਫਟਵੇਅਰ ਬਣਾਇਆ ਹੈਗਾ, ਉਹ ਡਿਸਾਈਡ ਕਰਦਾ ਹੈ ਕਿ ਬੱਚੇ ਦੇ ਪ੍ਰੋਫਾਈਲ ਦੇ ਅਕੋਰਡਿੰਗ ਬੱਚੇ ਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ ਦੇਣਾ। ਸੋ ਸੌਫਟਵੇਅਰ ਹੈ, ਅਗਰ ਮਸ਼ੀਨ ਹੈ ਤਾਂ ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ। ਪਿਛਲੇ ਟਾਈਮ 'ਚ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਹਿਲੀ ਵਾਰ ਅਪਲਾਈ ਕੀਤਾ ਹੈ, ਉਹਨਾਂ ਦਾ ਆਲਰੇਡੀ ਉੱਥੇ ਬਾਇਓਮੈਟ੍ਰਿਕ ਅਪਡੇਟ ਹੋਏ ਆ, ਕਿਸੇ ਬੱਚੇ ਦੇ ਆਲਰੇਡੀ ਬਾਇਓਮੈਟ੍ਰਿਕ ਕਿਸੇ ਹੋਰ ਨਾਮ 'ਤੇ ਅਪਡੇਟ ਹੋਏ ਆ, ਅਤੇ ਬਾਅਦ ਦੇ ਵਿੱਚ ਜਦੋਂ ਐਮਬੈਸੀ ਨੂੰ ਮੇਲਸ ਪਾਈਆਂ ਗਈਆਂ ਤਾਂ ਉਹਨਾਂ ਨੇ ਉਹ ਚੀਜ਼ਾਂ ਰੈਕਟੀਫਾਈ ਵੀ ਕੀਤੀਆਂ। ਸੋ ਜਿੱਥੇ ਇੱਦਾਂ ਦੀਆਂ ਚੀਜ਼ਾਂ ਇਨਵੋਲਵ ਹੈਗੀਆਂ, ਹੋ ਜਾਂਦੀਆਂ ਬਹੁਤ ਸਾਰੀਆਂ ਗਲਤੀਆਂ, ਪਰ ਬੱਚਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਬੱਚਿਆਂ ਨੂੰ ਆਪਣੀ ਪ੍ਰੋਫਾਈਲ ਦਾ ਧਿਆਨ ਰੱਖਣਾ ਚਾਹੀਦਾ, ਖੁਦ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਅੱਗੇ। ਤੇ ਸਿਰਫ ਸਟੂਡੈਂਟ ਵੀਜ਼ਾ 'ਤੇ ਇਹ ਪ੍ਰੋਬਲਮ ਆ ਰਹੀ ਹੈ ਕਿ ਵਿਜ਼ਟਰ ਵੀਜ਼ੇ 'ਤੇ ਵੀ ਰਿਫਿਊਜ਼ਲਾਂ ਆ ਰਹੀਆਂ ਨੇ ਇਸ ਸਮੇਂ?
ਦੇਖੋ ਰਿਫਿਊਜ਼ਲ ਹਰ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ ਤੇ ਅਪਰੂਵਲ ਵੀ ਹਰ ਕੈਟਾਗਰੀ ਦੇ ਵਿੱਚ ਹੀ ਆਉਂਦੀ ਹੈ। ਜੇ ਮੈਂ ਅੱਜ ਦੀ ਵੀ ਗੱਲ ਕਰਾਂ ਤਾਂ ਅੱਜ ਮੈਂ ਤੁਹਾਨੂੰ ਦਿਖਾਉਣਾ ਕਿ ਸਾਡੇ ਕੋਲ ਹੀ ਤਕਰੀਬਨ 7 ਤੋਂ 8 ਪਾਸਪੋਰਟ ਮੇਰੇ ਕੋਲ ਇਸ ਟਾਈਮ ਤੇ ਹੈਗੇ ਆ ਜਿਨ੍ਹਾਂ ਬੱਚਿਆਂ ਦੇ ਸਿਰਫ ਤੇ ਸਿਰਫ ਕੈਨੇਡਾ ਦੇ ਵੀਜ਼ੇ ਆਏ। ਇਹਨਾਂ ਚੋਂ ਵਿਜ਼ਿਟਰ ਵੀਜ਼ਾ ਵੀ ਹੈ, ਇਹਨਾਂ ਚੋਂ ਸਪਾਊਸ ਵੀਜ਼ਾ ਵੀ ਹੈ, ਇਹਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਵੀ ਹੈ। ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਉਹ ਪ੍ਰੋਫਾਈਲ ਜਿਨ੍ਹਾਂ ਦੇ 2-2 3-3 ਰਿਫਿਊਜ਼ਲ ਤੋਂ ਬਾਅਦ ਵੀਜ਼ਾਸ ਆਏ ਹੈ। ਸੋ ਕਿਸੇ ਵੀ ਕੈਟਾਗਰੀ ਦੇ ਵਿੱਚ ਇਹ ਨਹੀਂ ਹੈ ਕਿ ਉੱਥੇ ਸਿਰਫ ਅਪਰੂਵਲ ਆਈਆਂ, ਉੱਥੇ ਰਿਫਿਊਜ਼ਲਾਂ ਨਹੀਂ ਹੈਗੀਆਂ। ਸਪਾਊਸ ਵੀਜ਼ਾ ਦੀ ਜੇ ਮੈਂ ਗੱਲ ਕਰਦਾ ਤਾਂ 1.5 ਸਾਲ ਹੋ ਗਏ ਤੇ ਬੱਚਿਆਂ ਦੇ ਸਪਾਊਸ ਦੇ ਡਿਸੀਜਨ ਜਦੋਂ ਆਉਣੇ ਸ਼ੁਰੂ ਹੋਏ ਤਾਂ ਹੁਣ ਜਿਹੜੇ ਅੱਜ ਫਾਈਲਾਂ ਲੱਗ ਰਹੀਆਂ 3-3 ਮਹੀਨੇ ਦੇ ਵਿੱਚ ਵੀ ਸਪਾਊਸ ਦਾ ਡਿਸੀਜਨ ਆ ਰਿਹਾ। ਕੁਝ ਹਲੇ ਇੱਦਾਂ ਦੇ ਵੀ ਪ੍ਰੋਫਾਈਲ ਹੈਗੇ ਆ ਜਿਹੜੇ 1.5 ਸਾਲ ਤੋਂ ਲਟਕੇ ਹੋਏ ਆ ਜਿਨ੍ਹਾਂ ਦੇ ਨਹੀਂ ਵੀਜ਼ਾਸ ਆ ਰਹੇ, ਜਦਕਿ ਪਿੱਛੇ ਸਾਡਾ ਵੀ ਐਕਸਪੀਰੀਅੰਸ ਇਹ ਬਣ ਰਿਹਾ ਸੀ ਕਿ ਸਿਰਫ ਉਹਨਾਂ ਬੱਚਿਆਂ ਦੇ ਸਪਾਊਸ ਵੀਜ਼ਾ ਅਪਰੂਵ ਹੋ ਰਹੇ ਆ ਜਿਨ੍ਹਾਂ ਦੇ ਮੇਨ ਐਪਲੀਕੈਂਟ ਜਿਹੜੇ ਉੱਥੇ ਸਟੱਡੀ ਕਰਦੇ ਆ, ਜਾਂ ਤਾਂ ਉਹਨਾਂ ਦੀ ਸਟੱਡੀ ਪੂਰੀ ਹੋ ਕੇ ਉਹ ਵਰਕ ਪਰਮਿਟ ਤੇ ਜਾ ਰਹੇ ਆ ਜਾਂ ਕਿਸੇ ਨੇ ਵਰਕ ਪਰਮਿਟ ਅਪਲਾਈ ਕਰਤਾ ਕਿ ਉਹਨਾਂ ਦੇ ਸਪਾਊਸ ਵੀਜ਼ਾ ਜਲਦੀ ਆ ਰਹੇ ਆ। ਬਟ ਨਹੀਂ, ਹੁਣ ਉਹਨਾਂ ਦੇ ਸਪਾਊਸ ਵੀਜ਼ਾਸ ਵੀ ਆਣੇ ਸ਼ੁਰੂ ਹੋ ਗਏ ਜਿਹੜੇ ਹਲੇ ਬੱਚੇ 6 ਮਹੀਨੇ ਪਹਿਲਾਂ ਹੀ ਗਏ ਆ, ਉਹਨਾਂ ਦੇ ਸਪਾਊਸ ਵੀਜ਼ਾਸ ਵੀ ਆ ਰਹੇ ਆ। ਵਿਜ਼ਿਟਰ ਵੀਜ਼ਾ ਦਾ ਸਕਸੈਸ ਰੇਟ ਇੱਕ ਪਾਸੇ ਬਹੁਤ ਵਧੀਆ ਹੈ, ਕਈਆਂ ਦੇ ਵਿਜ਼ਿਟਰ ਦੇ ਰਿਜ਼ਲਟ 6-6 ਦਿਨ ਦੇ ਵਿੱਚ ਵੀ ਆ ਰਹੇ ਆ। ਕਈ ਐਸੇ ਕੈਂਡੀਡੇਟ ਵੀ ਹੈ ਜਿਨ੍ਹਾਂ ਨੂੰ ਹਲੇ 3 ਮਹੀਨੇ ਹੋ ਗਏ, ਉਹਨਾਂ ਦਾ ਕੋਈ ਡਿਸੀਜਨ ਨਹੀਂ ਆਇਆ, ਕੋਈ ਅਪਡੇਟ ਨਹੀਂ ਆਇਆ। ਸੋ ਬੜਾ ਅਨਪ੍ਰੈਡਿਕਟੇਬਲ ਜਿਹਾ ਟਾਈਮ ਚੱਲ ਰਿਹਾ। ਅਸੀਂ ਕਿਸੇ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਜੇ ਉਹਦਾ ਡਿਸੀਜਨ 5 ਜਾਂ 6 ਦਿਨ ਦੇ ਵਿੱਚ ਆ ਗਿਆ ਤਾਂ ਦੂਜੀ ਉਹਦੇ ਵਰਗੀ ਫਾਈਲ ਦਾ ਡਿਸੀਜਨ ਵੀ 5-6 ਮਹੀਨੇ ਦੇ ਵਿੱਚ ਆ ਜਾਊਗਾ। ਸੋ ਟਾਈਮ ਹਰ ਕਿਸੇ ਦਾ ਆਪੋ ਆਪਣਾ, ਜਾਂ ਕਹਿ ਸਕਦੇ ਹਾਂ ਕਿ ਜਿਹਦਾ ਜਿੰਨੇ ਟਾਈਮ ਦਾ ਇੰਡੀਆ ਦੇ ਵਿੱਚ ਦਾਣਾ ਪਾਣੀ ਹੈ, ਜਦੋਂ ਉਹਦਾ ਪੂਰਾ ਹੋਣਾ ਹੈ ਉਹਨੇ ਫੇਰ ਹੀ ਉੱਥੇ ਜਾਣਾ। ਇਹ ਤਾਂ ਚਲੋ ਆਪਾਂ ਚੰਗੇ ਪ੍ਰੋਫਾਈਲਾਂ ਦੀ ਗੱਲ ਕੀਤੀ ਵੀ ਜਿਨ੍ਹਾਂ ਦੇ 6.5 ਬੈਂਡ ਨੇ ਜਿਹੜੇ ਕ੍ਰਾਈਟੇਰੀਆ ਪੂਰਾ ਕਰਦੇ ਨੇ। ਕਈ ਜਿਵੇਂ ਜਿਨ੍ਹਾਂ ਦੇ ਬੈਂਡ ਵੀ ਘੱਟ ਆਏ ਹੁੰਦੇ ਉਹ ਫਿਰ ਵੀ ਅਪਲਾਈ ਕਰ ਦਿੰਦੇ ਨੇ, ਕੈਨੇਡਾ ਤੋਂ ਬਾਹਰ ਵੀ ਜਾਣਾ ਚਾਹੁੰਦੇ ਨੇ, ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ। ਉਹਨਾਂ ਕੋਲ ਫਿਰ ਜਦੋਂ ਕੈਨੇਡਾ ਦੀ ਰਿਫਿਊਜ਼ਲ ਆ ਜਾਂਦੀ ਹੈ, ਕੈਨੇਡਾ ਤੋਂ ਇਲਾਵਾ ਉਹਨਾਂ ਦੇ ਕੋਲ ਕੀ ਆਪਸ਼ਨ ਹੈ? ਦੇਖੋ, ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਹੀਂ ਬਿਲਕੁਲ ਕਲੀਅਰ ਕਹਿ ਦੇਣਾ ਚਾਹੂੰਗਾ ਕਿ ਜਿਹੜੇ ਬੱਚਿਆਂ ਦਾ ਇੱਕ ਮੋਡਿਊਲ ਜਾਂ 2 ਮੋਡਿਊਲ 5.5 ਬੈਂਡ ਹੈ, ਕੈਨੇਡਾ ਭੁੱਲ ਕੇ ਵੀ ਅਪਲਾਈ ਨਾ ਕਰਿਓ। ਸਟ੍ਰੇਟ ਅਵੇ ਰਿਫਿਊਜ਼ਲ ਆਣੀ ਹੈ, ਚਾਹੇ ਕੋਈ ਵੀ ਕਿੰਨੀਆਂ ਮਰਜ਼ੀ ਐਡਸ ਦੇਖੀ ਜਾਓ ਕਿ 5.5 ਬੈਂਡ ਨਾਲ ਇੰਨੇ ਲੱਗੇ ਵੀਜ਼ਾਸ, ਉਹਨੇ ਲੱਗੇ ਵੀਜ਼ਾਸ, ਉਹ ਅਪਲਾਈ ਨਾ ਕਰਿਓ। ਜਿਨ੍ਹਾਂ ਦੇ 6 ਈਚ ਹੈ ਉਹ ਜ਼ਰੂਰ ਕੈਨੇਡਾ ਅਪਲਾਈ ਕਰੋ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਹਾਂ, ਜਿਨ੍ਹਾਂ ਦੇ ਮਲਟੀਪਲ ਅਟੈਂਪਟਸ ਹੋ ਗਏ ਆਇਲਸ ਦੇ ਵਿੱਚ ਕਿ 2-3 ਵਾਰ ਅਟੈਂਪਟ ਕਰ ਲਿਆ, ਫਿਰ ਇੱਕ ਮੋਡਿਊਲ 5.5 ਬੈਂਡ ਰਹਿ ਜਾਂਦੇ ਆ, ਤਾਂ ਉਹਨਾਂ ਵਾਸਤੇ ਇੱਕ ਗੁੱਡ ਨਿਊਜ਼ ਹੋਰ ਹੈਗੀ ਹੈ ਕਿ ਨਿਊਜ਼ੀਲੈਂਡ ਵੀ ਹੁਣ ਓਪਨ ਹੋ ਗਿਆ ਹੈ। ਤਾਂ ਨਿਊਜ਼ੀਲੈਂਡ ਨੇ ਵੀ ਵੀਜ਼ਾਸ ਦੇਣੇ ਸਟਾਰਟ ਕਰਤੇ ਹੈ। ਟਰਾਇਲ ਬੇਸਿਸ ਤੇ ਕਹਿ ਲਓ ਕਿ ਜੁਲਾਈ ਇਨਟੇਕ ਜਿਹੜਾ ਨਿਕਲਿਆ ਹੈ ਉਹਦੇ 'ਚ ਕੁਝ ਵੀਜ਼ਾਸ ਆਏ ਹੈ। ਤਾਂ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 2 ਵੀਜ਼ਾਸ ਨਿਊਜ਼ੀਲੈਂਡ ਦੇ ਅਪਰੂਵ ਹੋ ਕੇ ਆਏ ਹੈ। ਤੁਹਾਡੇ ਸਾਹਮਣੇ ਪਈਆਂ ਹੈਗੀਆਂ, ਤੁਸੀਂ ਇਹ ਨਿਊਜ਼ੀਲੈਂਡ ਦੀਆਂ ਅਪਰੂਵਲਸ ਦਿਖਾ ਸਕਦੇ ਹੋ। ਇਹ 2 ਬੱਚੇ ਉਹ ਹੈ ਜਿਨ੍ਹਾਂ ਦੀ ਨਿਊਜ਼ੀਲੈਂਡ ਦੀ ਅਪਰੂਵਲ ਹੋ ਕੇ ਆਈ ਹੈ। ਇਹ ਕੈਂਡੀਡੇਟ ਹੈਗਾ ਜੀ ਆਰੀਅਨ ਤੇ ਇੱਕ ਕੈਂਡੀਡੇਟ ਹੈਗਾ ਰਾਹੁਲ। ਇਹ 2 ਕੈਂਡੀਡੇਟਸ ਦਾ ਨਿਊਜ਼ੀਲੈਂਡ ਦਾ ਵੀਜ਼ਾ ਹੋ ਕੇ ਆਇਆ। ਨੈਕਸਟ ਅਵੇਲੇਬਲ ਇਨਟੇਕ ਜਿਹੜਾ ਨਿਊਜ਼ੀਲੈਂਡ ਦਾ ਹੈਗਾ ਉਹ ਅਕਤੂਬਰ-ਨਵੰਬਰ ਇਨਟੇਕ ਹੈ। ਜਿਨ੍ਹਾਂ ਬੱਚਿਆਂ ਦੇ ਇੱਕ ਮੋਡਿਊਲ 5.5 ਹੈ ਜਾਂ 2 ਮੋਡਿਊਲ ਹੈ ਉਹ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹੋ। ਔਰ ਨਿਊਜ਼ੀਲੈਂਡ ਨੇ ਇੱਕ ਵਾਰ ਫੇਰ ਉਹ ਚੀਜ਼ ਸਟਾਰਟ ਕਰਤੀ ਹੈ ਕਿ ਅਗਰ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਡਿਗਰੀ ਲਈ ਕੈਂਡੀਡੇਟ ਜਾ ਰਿਹਾ ਤਾਂ ਨਿਊਜ਼ੀਲੈਂਡ ਦੇ ਵਿੱਚ ਵੀ ਸਪਾਊਸ ਨਾਲ ਜਾ ਸਕਦਾ ਔਰ ਸਪਾਊਸ ਨੂੰ ਵਰਕ ਰਾਈਟ ਮਿਲਣਗੇ। ਮਤਲਬ ਇੱਕ ਹੋਰ ਵਿਕਲਪ ਮਿਲ ਗਿਆ ਬੱਚਿਆਂ ਨੂੰ ਜਾਣ ਦੇ ਲਈ। ਦੇਖੋ, ਜਿਸ ਬੱਚੇ ਨੇ ਇਹ ਪਲਾਨ ਕਰ ਲਿਆ ਕਿ ਉਹਨੇ ਫੋਰਨ ਸੈਟਲ ਹੋਣ ਦੇ ਲਈ ਜਾਣਾ ਹੀ ਹੈ, ਉਹਦਾ ਕੈਨੇਡਾ ਨਹੀਂ ਹੋ ਰਿਹਾ ਉਹ ਯੂਕੇ ਜਾਊਗਾ, ਯੂਕੇ ਨਹੀਂ ਹੋ ਰਿਹਾ ਉਹ ਆਸਟ੍ਰੇਲੀਆ ਜਾਊਗਾ, ਤਾਂ ਉਹਨਾਂ ਦੇ ਲਈ ਇੱਕ ਹੋਰ ਆਪਸ਼ਨ ਇੱਦਾਂ ਦਾ ਅਵੇਲੇਬਲ ਹੋ ਗਿਆ ਕਿ ਜਿੱਥੇ ਬੱਚੇ ਦੇ ਲਈ ਪੀਆਰ ਪੋਸੀਬਿਲਿਟੀਜ਼ ਵੀ ਹੈ। ਹੁਣ ਅੱਜ ਤੱਕ ਬੱਚੇ ਕੋਲ ਕੀ ਆਪਸ਼ਨ ਸੀਗਾ ਕਿ ਜਿਹੜੇ ਬੱਚੇ ਦਾ ਕੈਨੇਡਾ ਰਿਫਿਊਜ਼ ਹੋ ਜਾਂਦਾ ਸੀ ਉਹ ਯੂਕੇ ਵੱਲ ਟਰਾਈ ਕਰਦਾ ਸੀ, ਜਦਕਿ ਹਰ ਬੱਚੇ ਨੂੰ ਪਤਾ ਹੈ ਕਿ ਯੂਕੇ ਅੱਜ ਦੀ ਟਾਈਮ ਦੇ ਵਿੱਚ ਹਲੇ ਪੀਆਰ ਦਾ ਆਪਸ਼ਨ ਨਹੀਂ ਹੈ। ਬਟ ਨਿਊਜ਼ੀਲੈਂਡ ਇਦਾਂ ਦਾ ਆਪਸ਼ਨ ਹੈ ਕਿ ਜਿੱਥੇ ਪੀਆਰ ਦੇ ਆਪਸ਼ਨ ਹੈ। ਜੇ ਕੋਵਿਡ ਟਾਈਮ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੈ ਕਿ ਆਲਮੋਸਟ 65,000 ਨੀਅਰ ਅਬਾਊਟ ਐਪਲੀਕੇਸ਼ਨ 65,000 ਦੇ ਆਸ-ਪਾਸ ਉਹਨਾਂ ਨੇ ਕੈਂਡੀਡੇਟ ਉੱਥੇ ਪੱਕਾ ਕਰਤਾ। ਸੋ ਨਿਊਜ਼ੀਲੈਂਡ ਦੇ ਵਿੱਚ ਜੇ ਪੀਆਰ ਦੇ ਲਈ ਤੁਸੀਂ ਜਾਣਾ ਚਾਹੁੰਦੇ ਹੋ ਕਿ ਉੱਥੇ ਜਾ ਕੇ ਪੱਕੇ ਹੋਣਾ ਤਾਂ ਨਿਊਜ਼ੀਲੈਂਡ ਇੱਕ ਬਹੁਤ ਵਧੀਆ ਆਪਸ਼ਨ ਹੈ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਮਿੰਗ ਵੀਕ ਜਿਹੜਾ ਸਾਡਾ ਹੈਗਾ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਇੱਕ ਹਫ਼ਤਾ ਅਸੀਂ ਨਿਊਜ਼ੀਲੈਂਡ ਐਪਲੀਕੇਸ਼ਨ ਵੀਕ ਚਲਾ ਰਹੇ ਹਾਂ, ਜਿਹਦੇ ਵਿੱਚ ਹਰ ਉਸ ਚੀਜ਼ ਬਾਰੇ ਇਨਫੋਰਮੇਸ਼ਨ ਦਿੱਤੀ ਜਾਊਗੀ ਕਿ ਨਿਊਜ਼ੀਲੈਂਡ ਲਈ ਕਿੰਨੇ ਫੰਡ ਚਾਹੀਦੇ ਹੈ, ਨਿਊਜ਼ੀਲੈਂਡ ਲਈ ਪ੍ਰੋਫਾਈਲ ਕਿੱਦਾਂ ਦਾ ਹੋਣਾ ਚਾਹੀਦਾ ਹੈ, ਸਪਾਊਸ ਕਿੱਦਾਂ ਜਾ ਸਕਦਾ ਹੈ, ਜਿਹੜੇ +2 ਤੋਂ ਬਾਅਦ ਬੱਚੇ ਆ ਉਹਨਾਂ ਲਈ ਕੀ ਆਪਸ਼ਨ ਹੈ, ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਹੈਗੇ ਉਹਨਾਂ ਲਈ ਕੀ ਆਪਸ਼ਨ ਹੈ। ਸੋ ਇਹ ਸਾਰਾ ਕੁਝ ਅਸੀਂ 15 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਨਿਊਜ਼ੀਲੈਂਡ ਐਪਲੀਕੇਸ਼ਨ ਵੀਕ ਚਲਾ ਰਹੇ ਹਾਂ, ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਬੱਚਿਆਂ ਨੂੰ ਦਿੱਤੀ ਜਾਊਗੀ। ਬਹੁਤ ਬਹੁਤ ਧੰਨਵਾਦ ਜੀ। ਤੇ ਇਸ ਸਾਡੇ ਨਾਲ ਸੁਨੀਲ ਚੌਧਰੀ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ
ਕੀਤੀ ਹੈ ਤਾਂ ਕੈਨੇਡਾ ਦੀ ਰਿਫਿਊਜ਼ਲਸ ਤੇ ਗੱਲਬਾਤ ਕੀਤੀ ਹੈ ਕਿ ਕੀ ਕਾਰਨ ਰਿਫਿਊਜ਼ਲਾਂ ਦੇ ਬਣੇ ਹੋਏ ਨੇ, ਤਾਂ ਉਹ ਪੂਰੇ ਇਹਨਾਂ ਨੇ ਵਧੀਆ ਢੰਗ ਦੇ ਨਾਲ ਤੇ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਬੱਚੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਜ਼ਰੂਰ ਇਹਨਾਂ ਦੀ ਗੱਲ ਧਿਆਨ ਦੇ ਨਾਲ ਸੁਣ ਲੈਣ ਤੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਹੀਆਂ ਨੇ ਉਹ ਗਲਤੀਆਂ ਬੱਚੇ ਆਪਣੀ ਪ੍ਰੋਫਾਈਲ ਦੇ ਵਿੱਚ ਨਾ ਕਰਨ। ਤਾਂ ਵਧੇਰੇ ਅਪਡੇਟਸ ਲਈ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਰਮਜੀਤ ਸਿੰਘ ਭੱਲਾ, ਲੁਧਿਆਣਾ ਟਾਈਮਸ।